ਰਾਜਾ ਪਰੀਛਤ ਪਾਂਡਵਾਂ ਦਾ ਪੜਪੋਤਾ ਉਹ ਵਿਆਸ ਨੂੰ ਬਾਕੀ ਰਿਸ਼ੀਆਂ ਨੂੰ ਅਕਸਰ ਕਿਹਾ ਕਰਦਾ ਸੀ, ਜੇਕਰ ਸ਼੍ਰੀ ਕ੍ਰਿਸ਼ਨ ਅਰਜਨ ਨੂੰ ਯੁਧਿਸ਼ਠਰ ਨੂੰ ਸਭ ਕੁਝ ਦੱਸ ਦਿੰਦੇ, ਅਗਰ ਉਹ ਜਾਣੀ ਜਾਣ ਸਨ ਤਾਂ ਪਾਂਡਵਾਂ ਦੀ ਇਹ ਦੁਰਦਸ਼ਾ ਨਾ ਹੋਗੀ ਜੋ ਹੋਈ ਹੈ। ਰਿਸ਼ੀ ਮੁਨੀ ਪ੍ਰੀਛਤ ਨੂੰ ਸਮਝਾਉਂਦੇ ਸਨ, ਹੋਣੀ ਬਲਵਾਨ ਹੋਣੀ ਬਲਵਾਨ ਹੈ, ਹੋਣੀ ਨੂੰ ਨਹੀਂ ਰੋਕਿਆ ਜਾ ਸਕਦਾ। ਕ੍ਰਿਸ਼ਨ ਹੈ। ਪ੍ਰੀਛਤ ਕਹਿੰਦਾ, ਅਗਰ ਮਨੁੱਖ ਨੂੰ ਪਤਾ ਚੱਲ ਜਾਏ ਕਿ ਫਲਾਣੇ ਦਿਨ ਐਸਾ ਹੋ ਰਿਹਾ ਹੈ ਤਾਂ ਮਨੁੱਖ ਯਤਨ ਕਰ ਸਕਦਾ, ਉਪਰਾਲੇ ਕਰ ਸਕਦਾ ਹੈ, ਹੋਣੀ ਦੇ ਭਾਵ ਨੂੰ ਰੋਕ ਸਕਦਾ ਹੈ, ਪਰੇ ਸੁੱਟ ਸਕਦਾ। ਕੋਈ ਦੂਸਰਾ ਸ਼ਲੋਕ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੰਸਕ੍ਰਿਤੀ ਸ਼ਲੋਕ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰਦਸ, ਹੋਵੰਤ ਆ ਗਿਆ ਭਗਵਾਨ ਪੁਰਖੇ ਨਾਨਕ ਕੀਟੀ ਸਾਥ ਅਕਰਖਤੇ। ਰਾਜੇ ਪ੍ਰੀਛਤ ਨੂੰ ਰਿਸ਼ੀਆਂ ਨੇ ਦੱਸਿਆ, ਤੈਨੂੰ ਤਛਪ ਨਾਮ ਦੇ ਇੱਕ ਸੱਪ ਨੇ ਡੰਗ ਮਾਰਨਾ ਪੂਰਨਮਾਸ਼ੀ ਵਾਲੇ ਦਿਨ, ਔਰ ਉਸੇ ਨਾਲ ਤੇਰੀ ਮੌਤ ਹੋਵੇ, ਤੇਰੀ ਮ੍ਰਿਤੂ ਹੋਵੇ। ਸਮਾਂ ਦੱਸ ਦਿੱਤਾ ਗਿਆ, ਦਿਨ ਦੱਸ ਦਿੱਤਾ ਗਿਆ। ਰਾਜੇ ਨੇ ਲੋਹੇ ਦੀ ਕੋਠੜੀ ਬਣਵਾਈ ਔਰ ਪੂਰਨਮਾਸ਼ੀ ਵਾਲੇ ਦਿਨ ਉਸ ਵਿੱਚ ਦਾਖਲ ਹੋ ਗਏ। ਬਾਹਰੋਂ ਤੇ ਹਵਾ ਦਾ ਝੋਂਕਾ ਵੀ ਉਸ ਤੇ ਜਾਣਾ ਕਠਿਨ ਸੀ। ਇਸ ਢੰਗ ਦੀ ਲੋਹੇ ਦੀ ਕੋਠੜੀ ਬਣਵਾਈ, ਚਾਰੋਂ ਪਾਸੇ ਬੜੇ ਬੇਰ ਸੂਰਬੀਰ ਬਲੀ ਪੈਰੇ ਤੇ ਲਾ ਦਿੱਤੇ ਔਰ ਨਿਗਰਾਨੀ ਰੱਖੋ ਕਿਧਰੇ ਸੱਪ ਆ ਰਹੇ ਹੋਵੇ ਤੇ ਟੁੱਟ ਪਵਾ ਮਾਰ ਦਿਓ। ਨਿਸ਼ਚਿੰਤ ਬੈਠ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰਦਸ, ਬੜਾ ਬਲਵਾਨ ਸੀ, ਬੜੇ ਬੜੇ ਸੂਰਬੀਰ ਉਸਦੇ ਅਧੀਨ ਸਨ ਔਰ ਬੜਾ ਯਤਨ ਕੀਤਾ ਉਸਨੇ ਆਪਣੇ ਆਪ ਨੂੰ ਬਚਾਉਣ ਦਾ। ਹੈ ਪੂਰਨਮਾਸ਼ੀ ਵਾਲੀ ਰਾਤ, ਜਦੋਂ ਸੱਪ ਨੇ ਡੰਗ ਮਾਰਨਾ, ਕੁਝ ਸਮਾਂ ਪਹਿਲੇ ਇੱਕ ਰਿਸ਼ੀ ਆਏ, ਪੁਸ਼ਪ ਲੈ ਕੇ, ਫੁੱਲ ਲੈ ਕੇ। ਬਾਹਰੋਂ ਪਹਿਰੇਦਾਰਾਂ ਨੇ ਰਾਜੇ ਨੂੰ ਖਬਰ ਕੀਤੀ, ਸੰਤ ਜੀ ਆਏ ਨੇ, ਪੁਸ਼ਪ ਮਾਲਾ ਲੈ ਕੇ ਤੁਹਾਡੀ ਸ਼ੁਭ ਕਾਮਨਾ ਨੇ। ਉਹ ਰਾਜੇ ਪ੍ਰੀਛਤ ਨੇ ਆਣ ਦਿੱਤਾ, ਪੁਸ਼ਪ ਅੱਗੇ ਰੱਖੇ ਤੇ ਪੁਸ਼ਪ ਦੇ ਵਿੱਚੋਂ ਕੀੜਾ ਨਿਕਲਿਆ। ਨਾਨਕ ਕੀਟੀ ਸਾਸ ਆਕਰ ਕਥੇ, ਉਹ ਕੀੜਾ ਜ਼ਹਿਰੀਲਾ, ਉਹ ਕੀੜਾ ਹੀ ਕੱਛਪਨਾਗ ਸੀ। ਉਹਨੇ ਡੰਗ ਮਾਰਿਆ, ਰਾਜਾ ਪ੍ਰੀਛਤ ਉਸੇ ਨਾਲ ਹੀ ਤੜਪ ਤੜਪ ਕੇ ਮਰ ਗਿਆ। ਰੋਂਦਾ ਰਿਹਾ, ਰੋਂਦਾ ਰਿਹਾ, ਰੋਂਦਾ ਰਿਹਾ। ਰੋਣਾ ਇਸ ਗੱਲ ਦਾ ਹੈ, ਜੋ ਮੈਂ ਚਾਹਿਆ ਸੀ ਨਹੀਂ ਹੋਇਆ, ਨਹੀਂ ਹੋਇਆ, ਔਰ ਜੋ ਮੈਂ ਨਹੀਂ ਚਾਹੁੰਦਾ ਸੀ ਹੋ ਗਏ, ਹੋ ਗਏ। ਜਗਤ ਇਤਨਾ ਜੋ ਰੋ ਰਿਹਾ ਹੈ, ਉਸ ਦਾ ਮੂਲ ਕਾਰਨ ਜੋ ਹੋ ਰਿਹਾ ਹੈ ਇਹ ਕਬੂਲ ਨਹੀਂ, ਔਰ ਜੋ ਮੈਂ ਚਾਹੁੰਦਾ ਐਸਾ ਹੋਵੇ ਨਹੀਂ। ਕਿਸੇ ਦੀ ਦਰਿਆ ਰਜ਼ਾ ਦੇ
ਇਹ ਦਰਿਆ ਪੇ ਵਗਦੇ ਨੇ। ਕਿਸੇ ਦੇ ਹੁਕਮ ਦੇ ਵਿੱਚ ਇਹ ਸੂਰਜ ਚੰਦ ਤਾਰੇ ਗਰਦਿਸ਼ ਦਿੰਦੇ ਨੇ। ਸਾਰਾ ਬ੍ਰਹਿਮੰਡ ਜੋ ਚੱਲ ਰਿਹਾ ਹੈ ਇਹ ਕਿਸੇ ਦੀ ਰਜ਼ਾ ਵਿੱਚ ਚੱਲ ਰਿਹਾ ਹੈ। ਸੂਰਜ, ਚੰਦਰਮਾ, ਤਾਰੇ, ਸਾਗਰ, ਪਵਨ, ਪਾਣੀ, ਦਰਿਆ ਜਿਸ ਦੇ ਹੁਕਮ ਦੇ ਚੱਲ ਰਹੇ ਨੇ। ਇਹ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤੂੰ ਉਸ ਦੇ ਹੁਕਮ ਦੇ ਰੋਣਾ ਇਸ ਗੱਲ ਦਾ ਹੈ ਕਿ ਹੁਕਮ ਕਬੂਲ, ਇਹ ਹੋਣੀ ਕਬੂਲ। ਜੈਸੇ ਹੈ ਦੀ ਹਾਲਤ ਦੇ ਕੁਛ ਵੀ ਨਹੀਂ ਹੈ। जैसे असी कहने हैं ये बच्चा है, नहीं, ये बच्चा हो रहा है। क्यों? एक पल पहले जो सी हुण नहीं है, एक दिन पहले जो सी हुण नहीं है, ये तो हो रहा है। ये बच्चा जवान हो रहे, ये जवान बुढ़ा हो रहे। बच्चे दा जवान होना एक हुक्म है होनी, जवान दा बुढ़ा होना एक हुक्म है होनी। बुढ़े दा मौत दी आहोश विच चले जाना होनी हुक्म है। जो हुक्म साडे तन ते लागू है ओही साडे मन ते लागू। धर्म दी साधना है मनुख अपना मन प्रभु दे अनुकूल करे, लेकिन मन अपने स्वभाव करके, अपने अहंकार करके, अपने लोभ करके, अपनी वासना करके प्रतिकूल चल रहा है। और जीवन विच जिथे जिथे रुकावटां ने, बथेरियां रुकावटां ने, वो रुकावट की है दरअसल वो होनी है, बहाव है वो होनी। इसनू कबूल, जवानी कबूल सी, बुढ़ेपा कबूल नहीं। चलो रो पुट के बुढ़ेपा भी कबूल सी, मौत कबूल, नफा कबूल है, नुकसान कबूल नहीं, इज्जत कबूल है, बेइज्जती कबूल नहीं, खुशियां कबूल नहीं, गम कबूल नहीं। और कौन वैसे जगत मेरी चाहत नाल नहीं चल रहे, ये प्रभु की चाहत नाल चल रहे हैं। मेरी चाहत जब प्रभु की चाहत नाल टकरांदी है, मेरी चाहत हार खा जाती है और होंदा है प्रभु का चाया होया मेरा रोना निकल जाता है। नर चाहत कछ और की और भाई चितवत रहो ठगोर, नानक फांसी गल परी। अगों फिर जन्मां दी फांसी पै गई। जितने चिर तक मनुख नू होना कबूल नहीं, होनी कबूल नहीं, जन्म चलता रहता, मरण चलता रहता। जिस दिन होनी कबूल हो गई, जन्म कबूल है, जवानी कबूल है, बुढ़ेपा कबूल है, मरना कबूल है, सुख कबूल है, दुख कबूल है, नफे कबूल ने, नुकसान भी कबूल। जिस दिन होनी कबूल हो गई उसी दिन मनुख समाधि लीन हो जाता है, परम आनंदी वर्षा उसते हो जाती है। और ऐसा मनुख जन्म मरण के गेड़ तो बच जाता है। ऐसा मनुख हर वक्त रजा विच राजी, उसनू समझ आ जाती है सवेरे सूरज उगया है मेरी चाहत नाल नहीं, किसी की रजा विच हो गया। शाम नू गरूब हो रहा है मेरी मंग करके नहीं, किसी की रजा विच। भुलेखे लग जाते हैं कई दफा मनुख, सब कुछ मेरे करके हो रहा है। कहते ने एक माई नू ये भुलेखा पै गया सी कि मेरा मुर्गा बांग देंदा है तां पिंड विच सवेर आउंदी है। पिंड वासियां नाल एक दिन झगड़ा हो गया।
माही अपना मुर्गा लेकर दूसरे पिंड चली गई और दूसरे पिंड पहुंच के रात ਨੂੰ ਹੱਸਦੀ ਏ ਹੁਣ ਉਸ ਪਿੰਡ ਦੇ ਸਵੇਰ ਨਹੀਂ ਹੋਵੇ ਹੁਣ ਉਹਨਾਂ ਨੂੰ ਪਤਾ ਚੱਲੇਗਾ ਮੇਰੀ ਕਦਰ ਹੋਵੇ ਹੁਣ ਪਤਾ ਚੱਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਅੰਧੇਰੇ ਦੇ ਜਾਇ ਕੱਟਣੀ ਪੈਣੀ ਅੰਮ੍ਰਿਤ ਵੇਲੇ ਜਿਸੇ ਮੁਰਗੇ ਨੇ ਬਾਂਗ ਦਿੱਤੀ ਪਿੰਡ ਵਿੱਚ ਸਵੇਰਾ ਆਉਣ ਲੱਗ ਪਿਆ ਮਾਈ ਹੱਸਦੀ ਪਈ ਹੈ ਉਸ ਪਿੰਡ ਵਿੱਚ ਅੰਧੇਰਾ ਹੋਵੇਗਾ ਰਾਤ ਹੋਵੇਗੀ ਮੂਰਖਾਂ ਨੇ ਮੇਰੀ ਅਪਮਾਨ ਕੀਤਾ ਹੈ ਹੁਣ ਜ਼ਿੰਦਗੀ ਅੰਧੇਰੇ ਵਿੱਚ ਕੱਟਣ ਪਰ ਕੌਣ ਇਸ ਮਾਈ ਨੂੰ ਦੱਸੇ ਮੁਰਗਾ ਬਾਂਗ ਦਿੰਦਾ ਹੈ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਹੁੰਦੀ ਹੈ ਇਸ ਕਰਕੇ ਮੁਰਗਾ ਬਾਂਗ ਦਿੰਦਾ ਪ੍ਰਾਤः ਕਾਲ ਆਉਂਦਾ ਹੈ ਉਹ ਪੁੱਟਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਹੈ ਮੁਰਗਾ ਬਾਂਗ ਦਿੰਦਾ ਹੈ ਇਸ ਕਰਕੇ ਪੋ ਨਹੀਂ ਪੁੱਟਦੀ ਉਹ ਪੁੱਟਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਹੈ ਲੇਕਿਨ ਮਨੁੱਖ ਨੂੰ ਇਹ ਭੁਲੇਖਾ ਪੈ ਸਕਦਾ ਹੈ ਮੇਰੀ ਬਾਂਗ ਕਰਕੇ ਸਵੇਰ ਹੋਈ ਹੈ शायद जो कुछ मैं करदा उस करके ये सब कुछ हो रहा है सब कुछ हो रहा है अगर मेरी कृत करके सब कुछ हो रहा है तो मेरा करना सारे दा सारा सफल होना चाहिए और मेरा करना ते सारे दा सारा सफल होंदा ही है मेरा करना जिथे जिथे प्रभु दे औड़े नाल शामिल हो जाता है सहमत हो जाता है मेरा करना उस नाल मेल खा जाता है तो फिर मेरा करना जब सफल हो जाता है तो मैं कहना मैं की मेरे कीते करके मैनू सफलता मिली है और हुण कौन दसे कि परमात्मा दा होना सी उहदे होने करके तेरा करना मेल खा गया उहदे होने करके तेरा करना सफल होया है तेरे कर्म करके ये होना नहीं होया उसदे होने करके तेरा करना सफल हो गया है बस इतनी समझ परमात्मा दी समझ और इस समझ नो कहंदे ने सब कुछ हो रहा है कीता नहीं जा रहा दिन हो रहे रात हो रही है सर्दी हो रही है गर्मी हो रही है जन्म हो रहे है मरण हो रहे है सुख हो रहे ने दुख हो रहे ने ये जगत दे सब कुछ हो रहे है जिस दिन ये होना कबूल होया उसे दिन परमात्मा कबूल होया और जिस दिन परमात्मा कबूल होया ऐसा मनुख परमात्मा का रूप हो गया ईश्वर का रूप हो गया हुण उसकी अपनी कोई चाहत नहीं जब अपनी कोई चाहत नहीं तो हुण अपने कोई रोने ही नहीं रह गए हुण ते प्रभु की चाहत हुण ते जिस पासे दरिया बह रहा है उन्हें नौका अपनी उसे पासे तोड़ दी है हुण ते हवामान दा रुख जिस पासे है कि उस पासे ही चल पे है हुण ते प्रभु की जो रजा है वही इसनों कबूल है वही इसनों परवान है इस करके जीवन विच आनंद बन जाता है रस बन जाता है होई अनहोनी दी समझ ही परमात्मा दी समझ है गुरु दी समझ है।